Good morning, students. In this lecture, we discuss suggestions for the success of plans in India. First point is specific objectives. While framing the plans, objectives like removal of poverty, proper utilization of manpower, rising of standard of living, etc., should be made more specific. ਦੈਟ ਮੀਨਸ ਕਿ ਜਦੋਂ ਪਲੈਨਸ ਦੀ ਨੂੰ ਬਣਾਇਆ ਜਾਂਦਾ ਆ ਉਸ ਟਾਈਮ ਜਿਹੜੇ ਓਬਜੈਕਟਿਵਸ ਰੱਖੇ ਜਾਂਦੇ ਆ ਕਿ ਪਾਵਰਟੀ ਨੂੰ ਰਿਮੂਵ ਕਰਨਾ ਜਾਂ ਮੈਨ ਪਾਵਰ ਦਾ ਪ੍ਰੋਪਰ ਯੂਟੀਲਾਈਜੇਸ਼ਨ ਜਾਂ ਸਟੈਂਡਰਡ ਆਫ ਲਿਵਿੰਗ ਨੂੰ ਰਾਈਜ਼ ਕਰਨਾ, ਇਹਨਾਂ ਸਾਰਿਆਂ ਨੂੰ ਬਣਾਉਣ ਦੇ ਸਮੇਂ ਉਹਨਾਂ ਨੂੰ ਮੋਰ ਸਪੈਸੀਫਿਕ ਤਰੀਕੇ ਨਾਲ ਬਣਾਉਣਾ ਚਾਹੀਦਾ ਆ। ਹਰ ਇੱਕ ਪਲਾਨ ਦੇ ਵਿੱਚ ਇਹ ਕਲੀਅਰਲੀ ਸਪੈਸੀਫਾਈਡ ਹੋਣਾ ਚਾਹੀਦਾ ਹੈ ਕਿ ਵੈਨ ਐਂਡ ਵਟ ਐਕਸਟੈਂਟ ਪਾਵਰਟੀ ਵਿਲ ਬੀ ਰਿਮੂਵਡ, ਕਿ ਕਦੋਂ ਅਤੇ ਕਿਸ ਹੱਦ ਤੱਕ ਪਾਵਰਟੀ ਨੂੰ ਰਿਮੂਵ ਕਰਨਾ ਆ। ਸੇਮ ਇਸੇ ਤਰ੍ਹਾਂ ਕਦੋਂ ਅਤੇ ਕਿਸ ਹੱਦ ਤੱਕ ਜਿਹੜੀ ਵੈਲਥ ਅਤੇ ਇਨਕਮ ਦੀ ਇਕੁਐਲਿਟੀ ਆ ਉਸਨੂੰ ਅਫੈਕਟ ਕਰਨਾ ਆ। ਐਂਡ ਕਿਸੇ ਵੀ ਪਲਾਨ ਦੇ ਸਕਸੈਸ ਜਾਂ ਫੇਲੀਅਰ ਨੂੰ ਅਸੀਂ ਕਿਵੇਂ ਮੇਜ਼ਰ ਕਰ ਸਕਦੇ ਹਾਂ ਕਿ ਇਹ ਜਿਹੜੇ ਸਪੈਸੀਫਿਕ ਓਬਜੈਕਟਿਵਸ ਆ ਇਹਨਾਂ ਦੀ ਅਚੀਵਮੈਂਟ ਅਤੇ ਫੇਲੀਅਰਸ 'ਤੇ ਡਿਪੈਂਡ ਕਰਦਾ ਕਿ ਪਲਾਨ ਸਕਸੈਸਫੁਲ ਰਿਹਾ ਜਾਂ ਫੇਲ ਹੋਇਆ। ਸੈਕਿੰਡ ਪੁਆਇੰਟ ਇਜ਼ ਫਿਜ਼ੀਕਲ ਪਲੈਨਿੰਗ। Success of plans lies in the importance attached to the achievement of physical target rather than financial target। ਜਿਹੜੀ ਕਿਸੇ ਵੀ ਪਲਾਨ ਦੀ ਜਿਹੜੀ ਸਕਸੈਸ ਆ ਉਸਨੂੰ ਅਸੀਂ ਮੇਜ਼ਰ ਜਿਹੜਾ ਕਰਦੇ ਹਾਂ ਸਿਰਫ ਫਾਈਨੈਂਸ਼ੀਅਲ ਟਾਰਗੇਟ, ਜਿਹੜੇ ਫਾਈਨੈਂਸ਼ੀਅਲ ਟਾਰਗੇਟਸ ਆ ਉਹਨਾਂ ਦੀ ਅਚੀਵਮੈਂਟ 'ਤੇ ਬੇਸਿਸ ਨਹੀਂ ਕਰ ਸਕਦੇ। ਜਿਹੜਾ ਪਲਾਨ ਦੀ ਇਵੈਲੂਏਟ ਜਿਹੜੀ ਕੀਤੀ ਜਾਂਦੀ ਆ ਉਹ ਫਿਜ਼ੀਕਲ ਟਾਰਗੇਟਸ ਜਿਹੜੇ ਆ ਉਹਦਾ ਦੀ ਅਚੀਵਮੈਂਟ ਦੇ ਬੇਸਿਸ 'ਤੇ ਵੀ ਕੀਤਾ ਜਾਂਦਾ ਹੈ। Second is emphasis on local needs. Success of planning depends on proper emphasis on local needs। ਕਿ ਕਿਸੇ ਵੀ ਪਲਾਨ ਦੀ ਜਿਹੜੀ ਸਕਸੈਸ ਆ ਕਿਸ 'ਤੇ ਡਿਪੈਂਡ ਕਰਦੇ ਆ ਕਿ ਜਦੋਂ ਜਿਹੜੇ ਲੋਕਲ ਨੀਡਸ ਸੀ ਉਹਨਾਂ ਉੱਪਰ ਜ਼ਿਆਦਾ ਸਟਰੈਸ ਜਾਂ ਜ਼ੋਰ ਦਿੱਤਾ ਜਾਂਦਾ ਆ। ਬਿਕੋਜ਼ ਜਿਹੜੀ ਐਂਟਾਇਰ ਕੰਟਰੀਜ਼ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹ ਸੇਮ ਨਹੀਂ ਹੁੰਦੀਆਂ। ਸਮ ਰੀਜ਼ਨਸ ਬੈਕਵਰਡ ਹੁੰਦੇ ਆ ਡਿਊ ਟੂ ਲੇਕ ਆਫ ਇਰੀਗੇਸ਼ਨ ਫੈਸਿਲਿਟੀਜ਼, ਵੇਅਰ ਐਜ਼ other regional lacks in good quality transportation, health and education facilities। that means ਕਿ ਕੰਟਰੀ ਦੇ ਕੁਛ ਰੀਜਨਸ ਬੈਕਵਰਡ ਹੁੰਦੇ ਆ ਬਿਕੋਜ਼ ਉੱਥੇ ਫੈਸਿਲਿਟੀਜ਼ ਵਧੀਆ ਨਹੀਂ ਹੁੰਦੀਆਂ। ਕੁਛ ਰੀਜ਼ਨਸ ਗੁੱਡ ਕੁਆਲਿਟੀ ਵਾਈਜ਼ ਵਧੀਆ ਹੁੰਦੇ ਆ, ਡੈਵਲਪਡ ਹੁੰਦੇ ਆ ਬਿਕੋਜ਼ ਉੱਥੇ ਕੁਆਲਿਟੀ ਵਾਈਜ਼ ਟਰਾਂਸਪੋਰਟੇਸ਼ਨ ਵਧੀਆ ਹੁੰਦੀ ਹੈ, ਹੈਲਥ ਫੈਸਿਲਿਟੀਜ਼ ਵਧੀਆ ਹੁੰਦੀ ਹੈ, ਐਜੂਕੇਸ਼ਨ ਫੈਸਿਲਿਟੀਜ਼ ਵਧੀਆ ਹੁੰਦੀ ਆ। ਇਸ ਕਰਕੇ ਜਿਹੜੀ ਐਂਟਾਇਰ ਕੰਟਰੀ ਆ ਉਸਨੂੰ ਸੇਮ ਟਰੀਟਮੈਂਟ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਇਸ ਲਈ ਕੰਟਰੀ ਦੇ ਡਿਫਰੈਂਟ ਰੀਜ਼ਨਸ ਦੀ ਜਿਹੜੀ ਪ੍ਰੋਬਲਮਸ ਆ ਉਸਨੂੰ ਕੇਅਰਫੁਲੀ ਸਟੱਡੀ ਕਰਨਾ ਚਾਹੀਦਾ ਆ ਅਤੇ ਉਹਨਾਂ ਦੇ ਅਕੋਰਡਿੰਗ ਹੀ ਪਲਾਨਸ ਨੂੰ ਫਾਰਮੂਲੇਟ ਕਰਨਾ ਚਾਹੀਦਾ ਆ। ਦੈਟ ਮੀਨਸ ਕਿ ਜਿਹੜੇ ਪਲਾਨ ਬਣਾਉਣੇ ਚਾਹੀਦੇ ਆ, ਪਲਾਨਸ ਸ਼ੁੱਡ ਬੀ ਡੀਸੈਂਟਰਲਾਈਜ਼ਡ ਹੋਣੇ ਚਾਹੀਦੇ ਆ, ਲੋਕਲ ਨੀਡਸ ਨੂੰ ਧਿਆਨ ਵਿੱਚ ਰੱਖ ਕੇ ਬਣਾਉਣੇ ਚਾਹੀਦੇ ਆ। ਨਾਓ ਫੋਰਥ ਪੁਆਇੰਟ ਇਜ਼ ਲੈਸ ਜੈਸਟੇਸ਼ਨ ਪੀਰੀਅਡ। The time involved between the commencement of a project and its completion is called gestation period। That means ਕਿ ਜਦੋਂ ਵੀ ਕਿਸੇ ਪ੍ਰੋਜੈਕਟ ਜਾਂ ਪਲਾਨ ਨੂੰ ਬਣਾਇਆ ਜਾਂਦਾ ਹੈ ਉਸਨੂੰ ਸਟਾਰਟਿੰਗ ਤੋਂ ਲੈ ਕੇ ਉਸਦੀ ਕੰਪਲੀਸ਼ਨ 'ਤੇ ਤੱਕ ਜਿਹੜਾ ਟਾਈਮ ਪੀਰੀਅਡ ਵਿੱਚ ਲੱਗਦਾ ਉਹ ਬਹੁਤ ਜ਼ਿਆਦਾ ਹੁੰਦਾ ਆ, ਉਸਨੂੰ ਜਸਟੇਸ਼ਨ ਪੀਰੀਅਡ ਕਿਹਾ ਜਾਂਦਾ ਆ। ਇਸ ਲਈ ਗਵਰਨਮੈਂਟ ਨੂੰ ਐਫਰਟਸ ਕਰਨੇ ਚਾਹੀਦੇ ਕਿ ਇਸ ਜਸਟੇਸ਼ਨ ਪੀਰੀਅਡ ਨੂੰ, ਜਿਹੜੇ ਕਿ ਡਿਫਰੈਂਟ ਪ੍ਰੋਜੈਕਟਸ ਦੇ ਲਈ ਟਾਈਮ ਬਣਾਏ ਜਾਂਦੇ ਟਾਈਮ ਪੀਰੀਅਡ ਜ਼ਿਆਦਾ ਹੁੰਦਾ, ਕਿ ਉਸਨੂੰ ਰਿਡਿਊਸ ਕੀਤਾ ਜਾ ਸਕੇ। ਇਸ ਨਾਲ ਕੀ ਹੋਏਗਾ ਕਿ ਜਿਹੜੀ ਪ੍ਰੋਜੈਕਟਸ ਨੂੰ ਬਣਾਉਣ ਦੀ ਕੋਸਟ ਆ ਉਹ ਵੀ ਰਿਡਿਊਸ ਹੋਏਗੀ ਐਂਡ ਜਿਹੜੀ ਇੱਕ ਰੇਟ ਆਫ ਇਕਨੋਮਿਕ ਡਿਵੈਲਪਮੈਂਟ ਆ ਕੰਟਰੀ ਦੀ ਉਹ ਵੀ ਜ਼ਿਆਦਾ ਇਨਕਰੀਜ਼ ਹੋਏਗੀ। ਨਾਓ ਫਿਫਥ ਪੁਆਇੰਟ ਇਜ਼ ਬੈਲੈਂਸਡ ਗਰੋਥ ਆਫ ਕੈਪੀਟਲ ਗੁਡਸ ਐਂਡ ਕੰਜ਼ਿਊਮਰ ਗੁਡਸ ਇੰਡਸਟਰੀਜ਼। Success of plans implies that proper balance be maintained between capital goods and consumption goods industries। ਕਿਸੇ ਵੀ ਪਲਾਨ ਦਾ ਜਿਹੜਾ ਸਕਸੈਸ ਇਸ ਗੱਲ 'ਤੇ ਡਿਪੈਂਡ ਕਰਦਾ ਹੈ ਕਿ ਜਿਹੜੀਆਂ ਕੈਪੀਟਲ ਗੁੱਡਸ ਅਤੇ ਕੰਜ਼ੰਪਸ਼ਨ ਗੁੱਡਸ ਇੰਡਸਟਰੀ ਦਾ ਉਹਨਾਂ ਦੋਨਾਂ ਦਾ ਬੈਲੈਂਸਡ ਡਿਵੈਲਪਮੈਂਟ ਜਾਂ ਪ੍ਰੋਪਰ ਬੈਲੈਂਸਡ ਡਿਵੈਲਪਮੈਂਟ ਹੋਣੀ ਚਾਹੀਦੀ ਆ। ਇਫ ਸਪਲਾਈ ਆਫ ਕੰਜ਼ੰਪਸ਼ਨ ਗੁੱਡਸ ਇੰਡਸਟਰੀ ਲੈਗਸ ਬਿਹਾਈਂਡ ਇਟਸ ਡਿਮਾਂਡ ਇਟ ਵਿਲ ਲੀਡ ਟੂ ਪ੍ਰਾਈਸ ਰਾਈਜ਼ ਇਨ ਦਾ ਇਕੋਨਮੀ। ਜਿਹੜੇ ਕੰਜ਼ੰਪਸ਼ਨ ਗੁੱਡਸ ਇੰਡਸਟਰੀਜ਼ ਆ ਅਗਰ ਉਹਨਾਂ ਦੀ ਸਪਲਾਈ ਡਿਮਾਂਡ ਦੇ ਨਾਲੋਂ ਘੱਟ ਹੋਏਗੀ ਉਸ ਨਾਲ ਕੀ ਹੋਏਗਾ, ਇਕੋਨਮੀ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਇਨਕਰੀਜ਼ ਕਰਨੀਆਂ ਸਟਾਰਟ ਕਰ ਦੇਣਗੀਆਂ ਅਤੇ ਇਕੋਨਮੀ ਵਿੱਚ ਇਨਫਲੇਸ਼ਨ ਆਏਗਾ। ਐਂਡ ਇਫ ਪ੍ਰੋਡਕਸ਼ਨ ਆਫ ਕੈਪੀਟਲ ਗੁੱਡਸ ਲੈਗਸ ਬਿਹਾਈਂਡ ਇਟ ਵਿਲ ਸਲੋ ਡਾਊਨ ਦਾ ਫਰਦਰ ਗਰੋਥ ਪ੍ਰੋਸਪੈਕਟ ਆਫ ਦਾ ਇਕੋਨਮੀ। ਅਗਰ ਇਕੋਨਮੀ ਦੇ ਵਿੱਚ ਕੈਪੀਟਲ ਗੁੱਡਸ ਇੰਡਸਟਰੀ ਦੀ ਪ੍ਰੋਡਕਸ਼ਨ ਘੱਟ ਹੋਏਗੀ ਉਸ ਨਾਲ ਕੀ ਹੋਏਗਾ, ਜਿਹੜੇ ਇਕੋਨਮੀ ਦੇ ਲਈ
ਗਰੋਥ ਪ੍ਰੋਸਪੈਕਟਸ ਬਣਾਏ ਗਏ ਆ ਉਹਨਾਂ ਦੇ ਫਿਊਚਰ ਦੇ ਵਿੱਚ ਉਹਨਾਂ ਦੀ ਜਿਹੜੀ ਗਰੋਥ ਆ ਉਹ ਸਲੋ ਡਾਊਨ ਹੋ ਜਾਏਗੀ। ਨੈਕਸਟ ਪੁਆਇੰਟ ਇਜ਼ ਰੈਪਿਡ ਡਿਵੈਲਪਮੈਂਟ ਆਫ ਐਗਰੀਕਲਚਰ। Success of Indian planning necessitates rapid development of agriculture. That means कि इंडियन प्लानिंग ਦੇ ਸਕਸੈਸਫੁਲ ਲਈ ਕਿ ਐਗਰੀਕਲਚਰ ਸੈਕਟਰ ਦੀ ਡਿਵੈਲਪਮੈਂਟ ਬਹੁਤ ਜ਼ਰੂਰੀ ਆ। ਇਸ ਲਈ ਬਹੁਤ ਸਾਰੇ ਲੈਂਡ ਰੀਫਾਰਮਸ ਪ੍ਰੋਗਰਾਮਸ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਆ ਕਿ ਜਿਹੜੇ ਵੇਸਟ ਲੈਂਡ ਹੈਗੇ ਆ ਉਹਨਾਂ ਨੂੰ ਅੰਡਰ ਕਲਟੀਵੇਸ਼ਨ ਲਈ ਯੂਜ਼ ਕਰਨਾ ਚਾਹੀਦਾ ਆ। ਇਸ ਲਈ ਗਵਰਨਮੈਂਟ ਨੂੰ ਐਫਰਟਸ ਕਰਨੇ ਚਾਹੀਦੇ ਆ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਕੈਮੀਕਲ ਫਰਟੀਲਾਈਜ਼ਰ ਅਤੇ ਹਾਈ ਯੀਲਡ ਵੈਰਾਈਟੀ ਆਫ ਸੀਡਸ ਨੂੰ ਉਹਨਾਂ ਦੀ ਯੂਜ਼ ਕਰਕੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਚਾਹੀਦਾ ਹੈ। ਬਿਸਾਈਡ ਮੇਜਰ ਇਰੀਗੇਸ਼ਨ ਪ੍ਰੋਜੈਕਟਸ ਐਮਫੈਸਿਸ ਸ਼ੁੱਡ ਬੀ ਪਲੇਸਡ ਔਨ ਮਾਈਨਰ ਇਰੀਗੇਸ਼ਨ। ਦੈਟ ਮੀਨਸ ਕਿ ਗਵਰਨਮੈਂਟ ਨੂੰ ਸਿਰਫ ਮੇਜਰ ਇਰੀਗੇਸ਼ਨ ਪ੍ਰੋਜੈਕਟਸ ਤੋਂ ਇਲਾਵਾ ਜਿਹੜੇ ਮਾਈਨਰ ਇਰੀਗੇਸ਼ਨ ਪ੍ਰੋਜੈਕਟਸ ਆ ਉਹਨਾਂ ਦੇ ਉੱਪਰ ਵੀ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਆ। ਇਸ ਤੋਂ ਇਲਾਵਾ ਜਿਹੜੇ ਐਗਰੀਕਲਚਰ ਕ੍ਰੈਡਿਟ ਦੇ ਲਈ ਪ੍ਰੋਪਰ ਅਰੇਂਜਮੈਂਟ ਕਰਨੇ ਚਾਹੀਦੇ ਆ। ਨੈਕਸਟ ਇਜ਼ ਬੈਲੈਂਸਡ ਬਿਟਵੀਨ ਪ੍ਰਾਈਵੇਟ ਐਂਡ ਪਬਲਿਕ ਸੈਕਟਰ। there should be balanced development of public and private sector। that means ਕਿ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦਾ ਬੈਲੈਂਸ ਡਿਵੈਲਪਮੈਂਟ ਹੋਣਾ ਚਾਹੀਦਾ ਆ। ਪਹਿਲਾਂ ਜਿਹੜੇ ਅਰਲੀਅਰ 5 year ਪਲਾਨਸ ਬਣਾਏ ਗਏ ਸੀ ਉਹਨਾਂ ਦੇ ਵਿੱਚ ਜਿਹੜੇ ਪਬਲਿਕ ਸੈਕਟਰ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ। ਹਾਊਐਵਰ ਬਿਕੋਜ਼ ਆਫ ਇਟਸ ਇਨਐਫੀਸ਼ੀਐਂਸੀ ਪਬਲਿਕ ਸੈਕਟਰ ਹੈਜ਼ ਬਿਕਮ ਐਨ ਓਬਸਟੈਕਲ ਇਨ ਦਾ ਵੇ ਆਫ ਇਕਨੋਮਿਕ ਡਿਵੈਲਪਮੈਂਟ। ਕਿ ਪਬਲਿਕ ਸੈਕਟਰ ਦੀ ਇਨਐਫੀਸ਼ੀਐਂਸੀ ਦੇ ਕਾਰਨ ਜਿਹੜਾ ਇਕਨੋਮਿਕ ਡਿਵੈਲਪਮੈਂਟ ਦੇ ਰਾਸਤੇ ਵਿੱਚ ਜਿਹੜਾ ਪਬਲਿਕ ਸੈਕਟਰ ਇੱਕ ਰੁਕਾਵਟ ਬਣ ਚੁੱਕਿਆ ਸੀਗਾ। On the other hand, private sector has been put under several control and subjected to several taxes। that means ਕਿ ਪ੍ਰਾਈਵੇਟ ਸੈਕਟਰ ਦੇ ਉੱਪਰ ਉਸ ਟਾਈਮ ਬਹੁਤ ਸਾਰੇ ਕੰਟਰੋਲਸ ਅਤੇ ਰਿਸਟ੍ਰਿਕਸ਼ਨ ਸੀ ਅਤੇ ਬਹੁਤ ਜ਼ਿਆਦਾ ਟੈਕਸਿਸ ਲਗਾਇਆ ਜਾਂਦਾ ਸੀ। ਐਜ਼ ਏ ਰਿਜ਼ਲਟ ਜਿਹੜਾ ਪ੍ਰਾਈਵੇਟ ਸੈਕਟਰ ਆਪਣੀ ਡਿਜ਼ਾਇਰ ਐਕਸਟੈਂਟ ਤੱਕ ਡਿਵੈਲਪਮੈਂਟ ਨਹੀਂ ਕਰ ਸਕਦਾ ਸੀ। A balanced and more pragmatic approach should be adopted towards public and private sector। ਇਸ ਲਈ ਗਵਰਨਮੈਂਟ ਨੂੰ ਓਵਰਆਲ ਇਕਨੋਮਿਕ ਗਰੋਥ ਦੇ ਲਈ ਪ੍ਰਾਈਵੇਟ ਅਤੇ ਜਿਹੜੇ ਪਬਲਿਕ ਸੈਕਟਰ ਦੋਨਾਂ ਦੀ ਬੈਲੈਂਸ ਡਿਵੈਲਪਮੈਂਟ ਦੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਨੈਕਸਟ ਇਜ਼ ਪ੍ਰਾਈਸ ਸਟੇਬਿਲਿਟੀ। ਕਿਸੇ ਵੀ ਪਲਾਨ ਦੇ ਪ੍ਰੋਪਰਲੀ ਇੰਪਲੀਮੈਂਟ ਕਰਨ ਦੇ ਲਈ ਜਿਹੜਾ ਪ੍ਰਾਈਸ ਲੈਵਲ ਦਾ ਸਟੇਬਲ ਰੱਖਣਾ ਬਹੁਤ ਜ਼ਰੂਰੀ ਆ। ਕੌਨਸਟੈਂਟ ਰਾਈਜ਼ ਇਨ ਪ੍ਰਾਈਸ ਐਡਸ ਟੂ ਦਾ ਕੋਸਟ ਆਫ ਪਲੈਨਿੰਗ। ਕਿ ਜਦੋਂ ਕੰਟੀਨਿਊਸਲੀ ਇਹ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੁੰਦਾ ਜਾਏਗਾ ਉਸ ਦੇ ਨਾਲ ਕੀ ਹੋਏਗੀ ਕਾਸਟ ਆਫ ਪਲੈਨਿੰਗ ਵੀ ਇਨਕਰੀਜ਼ ਕਰਦੀ ਜਾਏਗੀ। ਐਂਡ ਪ੍ਰਾਈਸ ਆਫ ਫੂਡ ਗ੍ਰੇਨਸ ਰॉ ਮਟੀਰੀਅਲ ਕੰਜ਼ਿਊਮਰ ਗੁੱਡ ਸ਼ੁੱਡ ਰਿਮੇਨ ਸਟੇਬਲ। ਦੈਟ ਮੀਨਸ ਕਿ ਜਿਹੜੇ ਫੂਡ ਗ੍ਰੇਨਸ ਰॉ ਮਟੀਰੀਅਲ ਜਿਹੜੇ ਕੰਜ਼ਿਊਮਰ ਗੁੱਡਸ ਆ ਇਹਨਾਂ ਦੇ ਜਿਹੜਾ ਪ੍ਰਾਈਸ ਨੂੰ ਹਮੇਸ਼ਾ ਕੌਨਸਟੈਂਟ ਜਾਂ ਸਟੇਬਲ ਰਹਿਣਾ ਚਾਹੀਦਾ ਹੈ। ਇਸ ਦੇ ਕਾਰਨ ਕੀ ਹੋਏਗਾ ਜਦੋਂ ਪ੍ਰਾਈਸ ਸਟੇਬਲ ਰਹੇਗਾ ਤਾਂ ਗਵਰਨਮੈਂਟ ਕੀ ਕਰ ਸਕਦੀ ਆ ਫੂਡ ਗ੍ਰੇਨ ਦੇ ਪ੍ਰੋਡਕਸ਼ਨ ਨੂੰ ਪ੍ਰਮੋਟ ਕਰ ਸਕਦੀ ਹੈ ਅਤੇ ਕੰਜ਼ਿਊਮਰ ਗੁੱਡਸ ਨੂੰ ਵੀ ਪ੍ਰਮੋਟ ਕਰ ਸਕਦੀ ਉਸਦੇ ਪ੍ਰੋਡਕਸ਼ਨ ਨੂੰ। ਨੈਕਸਟ ਇਜ਼ ਡਿਵੈਲਪਮੈਂਟ ਆਫ ਰੂਰਲ ਇੰਡਸਟਰੀਜ਼। ਰੂਰਲ ਏਰੀਆ ਦੇ ਵਿੱਚ ਐਗਰੀਕਲਚਰ ਤੋਂ ਇਲਾਵਾ ਜਿਹੜੀਆਂ ਕਾਟੇਜ ਇੰਡਸਟਰੀ ਆ ਜਾਂ ਸਮੋਲ ਸਕੇਲ ਇੰਡਸਟਰੀਜ਼ ਆ ਉਹਨਾਂ ਨੂੰ ਵੀ ਪ੍ਰਾਇਰਟੀ ਦੈਟ ਮੀਨਸ ਕਿ ਉਹਨਾਂ ਦੇ ਡਿਵੈਲਪਮੈਂਟ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਵਟ ਐਵਰ ਹੈਜ਼ ਬੀਨ ਡਨ ਇਨ ਦਿਸ ਰਿਸਪੈਕਟ ਇਨਐਡੀਕੁਏਟ। ਕਿ ਇਹਨਾਂ ਦੇ ਫੀਲਡ ਵਿੱਚ ਜੋ ਵੀ ਕੀਤਾ ਗਿਆ ਉਹ ਅਜੇ ਤੱਕ ਵੀ ਇਨਐਡੀਕੁਏਟ ਹੀ ਆ। ਇਸ ਤੋਂ ਇਲਾਵਾ ਗਵਰਨਮੈਂਟ ਨੂੰ ਕੀ ਅਰੇਂਜਮੈਂਟਸ ਕਰਨੇ ਚਾਹੀਦੇ ਕਿ ਇਹਨਾਂ ਇੰਡਸਟਰੀ ਦੇ ਵਿੱਚ ਜਿਹੜੇ ਗੁੱਡਸ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ ਉਹਨਾਂ ਦੀ ਮਾਰਕੀਟਿੰਗ ਕਰਨ ਦੇ ਲਈ। ਨੈਕਸਟ ਪੁਆਇੰਟ ਇਜ਼ ਕੋਆਪਰੇਸ਼ਨ ਬਿਟਵੀਨ ਸਟੇਟ ਐਂਡ ਦਾ ਸੈਂਟਰ। ਕਿਸੇ ਵੀ ਪਲੈਨਿੰਗ ਦੇ ਸਕਸੈਸਫੁਲ ਇੰਪਲਾਈਜ਼ ਕਰਨ ਦੇ ਲਈ ਜਿਹੜਾ ਸੈਂਟਰਲ ਅਤੇ ਸਟੇਟ ਦੇ ਵਿੱਚ ਜਿਹੜਾ ਪ੍ਰੋਪਰਲੀ ਕੋਆਰਡੀਨੇਟ ਹੋਣਾ ਚਾਹੀਦਾ ਆ। ਇਨ ਮੋਡਰਨ ਟਾਈਮਸ ਕਿ ਜਦੋਂ ਸੈਂਟਰ ਦੇ ਵਿੱਚ ਜਿਹੜੀ ਗਵਰਨਮੈਂਟ ਵੱਖਰੀ ਹੁੰਦੀ ਆ ਡਿਫਰੈਂਟ ਪੋਲੀਟੀਕਲ ਪਾਰਟੀਜ਼ ਦੀ ਐਂਡ ਸਟੇਟ ਦੇ ਵਿੱਚ ਡਿਫਰੈਂਟ ਪੋਲੀਟੀਕਲ ਪਾਰਟੀਜ਼ ਦੀ ਹੁੰਦੀ ਆ ਦੈਨ ਜਿਹੜੇ ਪਲਾਨ ਹੈ ਉਹ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋ ਪਾਉਂਦੇ। ਐਂਡ ਪਲਾਨ ਸ਼ੁੱਡ ਬੀ ਫਾਰਮੂਲੇਟਡ ਵਿਦ ਦੀ ਕੋਆਪਰੇਸ਼ਨ ਆਫ ਦੀ ਸਟੇਟਸ। ਇਸ ਲਈ ਜਿਹੜੀ ਸੈਂਟਰਲ ਗਵਰਨਮੈਂਟ ਆ ਉਸਨੂੰ ਸਟੇਟ ਦੀ ਕੋਆਪਰੇਸ਼ਨ ਦੇ ਅਕੋਰਡਿੰਗ ਹੀ ਪਲਾਨਸ ਨੂੰ ਫਾਰਮੂਲੇਟ ਕਰਨਾ ਚਾਹੀਦਾ ਹੈ। ਨੈਕਸਟ ਇਜ਼ ਪ੍ਰੋਪਰ ਡਿਵੈਲਪਮੈਂਟ ਆਫ ਪਬਲਿਕ ਸੈਕਟਰ। ਪਬਲਿਕ ਸੈਕਟਰ ਐਂਟਰਪ੍ਰਾਈਜ਼ਸ ਨੂੰ ਰੈਗੂਲੇਟ ਅਤੇ ਕੰਟਰੋਲ ਕਰਨ ਦੇ ਲਈ ਇੱਕ ਪ੍ਰੋਪਰ ਔਰਗਨਾਈਜੇਸ਼ਨ ਹੋਣੀ ਚਾਹੀਦੀ ਆ। ਐਂਡ ਉਸਦੀ ਜਿਹੜੀ ਐਗਜ਼ੀਕਿਊਟਿਵ ਹੋਣੀ ਚਾਹੀਦੀ ਉਹ ਪ੍ਰੋਪਰ ਓਨੈਸਟ ਅਤੇ ਕੰਪੀਟੈਂਟ ਹੋਣੀ ਚਾਹੀਦੀ ਆ ਅਤੇ ਉਸਦੇ ਵਿੱਚ ਕੋਈ ਵੀ ਪੋਲੀਟੀਕਲ ਇੰਟਰਫੇਅਰੈਂਸ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਡੇ ਟੂ ਡੇ ਐਡਮਿਨਿਸਟ੍ਰੇਸ਼ਨ ਦੇ ਵਿੱਚ। ਐਂਡ ਪਬਲਿਕ ਸੈਕਟਰ ਮਸਟ ਲਾਰਜਲੀ ਕੰਟਰੀਬਿਊਟ ਟੂਵਰਡ ਦਾ ਫਾਈਨੈਂਸਿੰਗ ਆਫ ਦੀ ਪਲਾਨਸ।
ਇਸ ਤੋਂ ਇਲਾਵਾ ਗਵਰਨਮੈਂਟ ਨੂੰ ਪਬਲਿਕ ਸੈਕਟਰ ਦੀ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨ ਦੇ ਲਈ ਐਫਰਟਸ ਕਰਨੇ ਚਾਹੀਦੇ ਆ। ਨੈਕਸਟ ਪੁਆਇੰਟ ਇਜ਼ effective administration. Success of the plans mainly depend on the officers who are to execute them कि किसी भी plan ਦੀ success किस चीज़ से depend करती है उन्होंने officers से जो उस plan ਨੂੰ properly execute करते हैं। ਇਸ ਲਈ ਕਿ ਇਹਨਾਂ ਪਲਾਨਸ ਨੂੰ ਇੰਪਲੀਮੈਂਟ ਕਰਨ ਦੇ ਲਈ ਬਹੁਤ ਹੀ ਏਬਲ ਅਤੇ ਐਫੀਸ਼ੀਐਂਟ ਆਫਿਸਰਸ ਨੂੰ ਸਿਲੈਕਟਡ ਕਰਨਾ ਚਾਹੀਦਾ ਆ। ਦੇ ਸ਼ੁੱਡ ਬੀ ਟ੍ਰੇਨਡ ਫੋਰ ਦਾ ਜੋਬ ਐਂਡ ਆਲਸੋ ਪ੍ਰੋਵਾਈਡਡ ਵਿਦ ਪ੍ਰੋਪਰ ਫੈਸਿਲਿਟੀਜ਼ ਕਿ ਉਹਨਾਂ ਨੂੰ ਜੋਬ ਦੇ ਲਈ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣੀ ਚਾਹੀਦੀ ਆ ਅਤੇ ਉਹਨਾਂ ਨੂੰ ਪ੍ਰੋਪਰ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ। ਨੈਕਸਟ ਪੁਆਇੰਟ ਇਜ਼ ਡਿਵੈਲਪਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ with the view to promoting productivity, import substitution and domestic production. It is imperative to encourage and develop science and technology in the economy. That means कि productivity ਨੂੰ promote ਕਰਨ ਦੇ ਲਈ ਅਤੇ import substitution ਕਰਨ ਦੇ ਲਈ ਅਤੇ domestic production increase ਕਰਨ ਦੇ ਲਈ ਗਵਰਨਮੈਂਟ ਨੂੰ ਸਾਇੰਸ ਅਤੇ ਟੈਕਨੋਲੋਜੀ ਦੇ ਡਿਵੈਲਪਮੈਂਟ 'ਤੇ ਉਸਨੂੰ ਇਨਕਰੇਜ ਕਰਨਾ ਚਾਹੀਦਾ ਹੈ ਕੰਟਰੀ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ ਸਾਇੰਟਿਸਟ ਆ ਉਹਨਾਂ ਨੂੰ ਪ੍ਰੋਪਰ ਇਨਸੈਂਟਿਵਸ ਪ੍ਰੋਵਾਈਡ ਕਰਨੇ ਚਾਹੀਦੇ ਆ ਐਂਡ ਦੇਅਰ ਸ਼ੁੱਡ ਬੀ ਪ੍ਰੋਵਾਈਡ ਆਲ ਕਾਈਂਡਸ ਆਫ ਰਿਸਰਚ ਫੈਸਿਲਿਟੀਜ਼ ਵਿਦਇਨ ਦਾ ਕੰਟਰੀ ਕਿ ਸਾਇੰਟਿਸਟ ਨੂੰ ਹਰ ਤਰ੍ਹਾਂ ਦੀਆਂ ਰਿਸਰਚ ਫੈਸਿਲਿਟੀਜ਼ ਕੰਟਰੀ ਦੇ ਵਿਦਿਨ ਹੀ ਪ੍ਰੋਵਾਈਡ ਕਰਨੀਆਂ ਚਾਹੀਦੀਆਂ। ਨੈਕਸਟ ਇਜ਼ ਹਿਊਮਨ ਕੈਪੀਟਲ ਫਾਰਮੇਸ਼ਨ। Success of the plans need a check on population growth and development of human capital कि that means कि किसी भी plan ਦੀ ਜਿਹੜੀ ਸਕਸੈਸਫੁਲ ਆ ਉਸ ਦੇ ਲਈ ਕੀ ਜ਼ਰੂਰਤ ਹੈ ਕਿ ਜਿਹੜੀ ਪੋਪੂਲੇਸ਼ਨ ਗਰੋਥ ਕੰਟੀਨਿਊਸਲੀ ਹੋ ਰਹੀ ਹੈ ਉਸਨੂੰ ਕੰਟਰੋਲ ਕਰਨਾ ਅਤੇ ਜਿਹੜੀ ਹਿਊਮਨ ਕੈਪੀਟਲ ਆ ਉਸਦੀ ਡਿਵੈਲਪਮੈਂਟ 'ਤੇ ਡਿਪੈਂਡ ਕਰਦੇ ਆ। For human capital formation, proper arrangements should be made for the development of health, education and medical facility. Human capital formation ਦੀ development ਦੇ ਲਈ ਉਹਨਾਂ ਦੀ growth ਲਈ proper arrangements ਕਰਨੇ ਚਾਹੀਦੇ ਗਵਰਨਮੈਂਟ ਨੂੰ ਕਿ health facilities ਵੱਲ ਧਿਆਨ ਦੇਣਾ ਚਾਹੀਦਾ ਹੈ, proper education facilities provide ਕਰਨੀਆਂ ਚਾਹੀਦੀਆਂ and medical facilities provide ਕਰਨੀਆਂ ਚਾਹੀਦੀਆਂ। In short ਕਿ ਕਿਸੇ ਵੀ ਪਲਾਨ ਦੀ ਜਿਹੜੀ ਸਕਸੈਸ ਆ ਉਹ ਕਿਸ ਚੀਜ਼ ਦੇ ਉੱਪਰ ਡਿਪੈਂਡ ਕਰਦੀ ਹੈ ਲਾਰਜਲੀ ਡਿਪੈਂਡ ਔਨ ਐਫੀਸ਼ੀਐਂਟ ਐਡਮਿਨਿਸਟ੍ਰੇਟਰ ਪ੍ਰੋਪਰ ਇੰਪਲੀਮੈਂਟ ਹੋਣਾ ਚਾਹੀਦਾ ਓਨੈਸਟ ਪੋਲੀਟੀਸ਼ੀਅਨਸ ਹੋਣੇ ਚਾਹੀਦੇ ਆ ਐਂਡ ਦਾ ਮਿਊਚੁਅਲ ਕੋਆਪਰੇਸ਼ਨ ਆਫ ਹਾਰਡ ਵਰਕਿੰਗ ਐਂਡ ਡੈਡੀਕੇਟਡ ਪੀਪਲਸ। ਇਹਨਾਂ ਸਭ ਦੇ ਕਾਰਨ ਹੀ ਜਿਹੜਾ ਇੱਕ ਪਲਾਨ ਆ ਉਸਨੂੰ ਪ੍ਰੋਪਰਲੀ ਇੰਪਲੀਮੈਂਟ ਕੀਤਾ ਜਾ ਸਕਦਾ ਆ ਅਤੇ ਉਸਨੂੰ ਜਿਹੜੇ ਵਿੱਚ ਉਸਦੇ ਟਾਰਗੇਟ ਰੱਖੇ ਗਏ ਉਸਦੇ ਜਿਹੜੇ ਓਬਜੈਕਟਿਵਸ ਰੱਖੇ ਗਏ ਹੁੰਦੇ ਪਲਾਨ 'ਤੇ ਉਹਨਾਂ ਨੂੰ ਅਚੀਵ ਕੀਤਾ ਜਾ ਸਕਦਾ ਆ।